ਅਸੀਂ ਬੇਸਿਕਲੀ ਕਸ਼ਮੀਰ ਤੋਂ ਸੀਗੇ। ਠੀਕ ਹੈ ਜੀ। ਤੇ ਜਦੋਂ ਮਦਰ ਛੋਟੇ ਹੁੰਦਿਆਂ ਹੀ ਸਾਨੂੰ ਉਂਗਲ ਫੜ ਕੇ ਛੱਟੀ ਪਾਤਸ਼ਾਹ ਲੈ ਕੇ ਜਾਂਦੇ ਸਨ ਨਾ, ਤੇ ਮੇਰੇ ਮਾਇੰਡ ਹੀ ਯਾਦ ਆ ਉਦੋਂ ਰਾਗੀ ਸਿੰਘ ਸਟੇਜ ਤੇ ਕੀਰਤਨ ਬੈਕ ਕਰਦੇ ਹੁੰਦੇ ਸੀ ਤੇ ਮੈਨੂੰ ਮਦਰ ਕਹਿੰਦੇ ਸੀ ਪੁੱਤ ਅਸੀਂ ਮੈਂ ਸੋਚਦੀ ਹਾਂ ਤੂੰ ਵੀ ਇੱਥੇ ਕੀਰਤਨ ਕਰੇ ਕਦੇ, ਮੈਂ ਵੀ ਬੈਠ ਕੇ ਸੁਣਾ। ਇਲੈਕਸ਼ਨਾਂ ਬਿਲਕੁਲ ਹੈ ਨਹੀਂ, ਉਹ ਜਦ ਕਿ ਗੁਰੂ ਨਾਨਕ ਦੇ ਘਰ 'ਚ ਸਿਲੈਕਸ਼ਨ ਹੈ। ਜੇ ਇਲੈਕਸ਼ਨ ਹੁੰਦੀ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜਿਹਨੂੰ ਸੇਵਾ ਦੇਣੀ ਨਹੀਂ ਸੀ। ਮੈਂ ਤੁਹਾਡੇ ਬਾਰੇ ਅੱਜ ਤੱਕ ਕੋਈ ਗੱਲ ਨਹੀਂ ਇਹ ਸੁਣੀ ਹੈ ਨਾ, ਤੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿ ਐਸਾ ਜੀਵਨ ਲੈ ਕੇ ਚੱਲਣਾ ਵੀ ਕਿਤੇ ਨਾ ਕਿਤੇ ਇੱਕ ਚੈਲੰਜ ਨਹੀਂ ਹੁੰਦਾ? ਬਸ ਉਹਨਾਂ ਮਹਾਂਪੁਰਸ਼ਾਂ ਦੀ ਸਾਨੂੰ ਦੇਣ ਹੈ, ਬੜੇ ਮਾਨ ਸਾਹਿਬ ਜੀ, ਮਾਤਾ ਬਚਿੱਤਰ ਸਿੰਘ ਜੀ, ਉਹਨਾਂ ਕੋਲ ਅਸੀਂ ਸਿਖਲਾਈ ਲਈ। ਇਹ ਤਕਰੀਬਨ ਮੇਰੇ ਖਿਆਲ 'ਚ 80 ਦੇ ਕਰੀਬ ਦੀ ਗੱਲ ਹੈਗੀ ਹੈ। ਦੇਖੋ ਭੈਣ ਜੀ, ਗੁਰੂ ਨਾਨਕ ਸਾਹਿਬ ਲਈ ਕਲਯੁਗੀ ਸੀ, ਹੈ ਨਹੀਂ, ਕਲਯੁਗੀ ਸੀ, ਪਰ ਜਿਹੜੇ ਗੁਰੂ ਨਾਨਕ ਦੇ ਸਿੱਖ ਸਨ ਨਾ, ਉਹ ਕਲਯੁਗ ਵਿੱਚ ਰਹਿ ਕੇ ਗੁਰੂ ਨਾਨਕ ਨਾਲ ਜੁੜੇ ਹੋਏ ਸਨ। ਦੌਰ ਉਹੀ ਹੋਇਆ, ਸਿਰਫ ਸਾਡਾ ਮਨ ਬਦਲ ਗਿਆ। ਆਪਸ ਦੇ ਵਿੱਚ ਜਿਹੜੀਆਂ ਧੜੇਬਾਜ਼ੀਆਂ, ਉਹਦੇ ਵਿੱਚ ਇੱਕ ਆਮ ਜਿਹੜੀ ਸੰਗਤ ਆ ਨਾ, ਉਹ ਫਸ ਕੇ ਰਹਿ ਜਾਂਦੀ ਹੈ। 92 93 95 ਪੀਰੀਅਡ ਜਦੋਂ ਨਾਨਕ ਆਪਾਂ ਕੀਰਤਨ ਕਰਦੇ ਹੁੰਦੇ ਸੀ ਨਹੀਂ, ਤੇ ਸੱਚੀ ਮਨੋ ਹਾਲ ਤਿਲ ਰੱਖਣ ਸੁੱਟਣ ਜਗ੍ਹਾ ਨਹੀਂ ਹੁੰਦੀ, ਹਾਲ ਪਰੇ ਹੁੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਬਾਣੀ ਚੈਨਲ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਮੇਂ-ਸਮੇਂ ਵੱਖ-ਵੱਖ ਸ਼ਖਸੀਅਤਾਂ ਦੇ ਵਿਚਾਰ ਤੁਹਾਡੇ ਰੂਬਰੂ ਕਰਦੇ ਰਹੀਏ, ਜਿਨ੍ਹਾਂ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ, ਤੇ ਨਾਲੇ ਆਪਾਂ ਉਹਨਾਂ ਦੇ ਜੀਵਨ ਦੇ ਬਾਰੇ ਵਿੱਚ ਜਾਣਦੇ ਹੁੰਦੇ ਹਾਂ। ਜਿਨ੍ਹਾਂ ਸ਼ਖਸੀਅਤਾਂ ਨੇ ਸਾਡੀ ਕੌਮ ਦੇ ਵਿੱਚ ਸੇਵਾਵਾਂ ਨਿਭਾਈਆਂ ਹੁੰਦੀਆਂ ਨੇ, ਚਾਹੇ ਗੁਰਦੁਆਰੇ ਦੇ ਪ੍ਰਬੰਧਾਂ ਦੀ ਗੱਲ ਹੋਵੇ ਜਾਂ ਫਿਰ ਗੁਰਦੁਆਰਾ ਸਾਹਿਬ ਦੇ ਕਥਾਵਾਚਕ ਹੋਣ, ਕੀਰਤਨੀਏ ਭਾਈ ਸਾਹਿਬ ਹੋਣ, ਉਹਨਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਉਂਦੇ ਹੁੰਦੇ ਆ, ਕਿਉਂਕਿ ਉਹਨਾਂ ਦੀਆਂ ਸੇਵਾਵਾਂ ਬਹੁਤ ਵੱਡੀਆਂ ਹੁੰਦੀਆਂ ਨੇ। ਤੇ ਇਸੇ ਹੀ ਕੋਸ਼ਿਸ਼ ਦੇ ਦੌਰਾਨ ਅੱਜ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮੈਂ ਸਾਡੇ ਜੰਮੂ ਕਸ਼ਮੀਰ ਦੀ ਬਹੁਤ ਹੀ ਖਾਸ ਸ਼ਖਸੀਅਤ ਭਾਈ ਸਾਹਿਬ ਭਾਈ ਜਗੀਰ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਭਾਈ ਸਾਹਿਬ ਭਾਈ ਸ਼ੰਮੀ ਜੀ ਹੋਣਾ ਦੇ ਨਾਂ ਨਾਲ ਵੀ ਜਾਣਦੇ ਹਾਂ, ਉਹਨਾਂ ਦੇ ਅੱਜ ਆਪਾਂ ਵਿਚਾਰ ਆ ਜਿਹੜੇ ਉਹ ਸੁਣਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬਾਣੀ ਚੈਨਲ ਦੇ ਉੱਤੇ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਧੰਨਵਾਦ ਕਰਦੀ ਹਾਂ ਮੈਂ ਆਪ ਜੀ ਦਾ। ਆਪ ਜੀ ਨੇ ਆਪਣੇ ਬਹੁਤ ਹੀ ਕੀਮਤੀ ਸਮੇਂ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ। ਤੇ ਭਾਈ ਸਾਹਿਬ ਜੀ, ਬਹੁਤ ਦਿਲ ਦੇ ਵਿੱਚ ਨਾ ਮੇਰੀ ਚਾਹਨਾ ਸੀ ਕਿ ਆਪਾਂ ਤੁਹਾਡਾ ਇੰਟਰਵਿਊ ਜ਼ਰੂਰ ਕਰਨਾ ਹੈਗਾ, ਤੇ ਪਰ ਵਾਹਿਗੁਰੂ ਜੀ ਨੇ ਸੇਵਾ ਹੀ ਤੁਹਾਨੂੰ ਇੰਨੀ ਲਾਈ ਹੋਈ ਹੈ ਕਿ ਸਮਾਂ ਤੁਹਾਡੇ ਕੋਲੇ ਥੋੜ੍ਹਾ ਘੱਟ ਹੀ ਹੁੰਦਾ। ਤੇ ਚਲੋ ਅੱਜ ਸਮਾਂ ਮਿਲਿਆ ਗੱਲਬਾਤ ਕਰਨ ਦਾ। ਤੇ ਮੇਰਾ ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਰਹੇਗਾ, ਕਿਉਂਕਿ ਬਹੁਤ ਸਾਲ ਹੋ ਗਏ ਭਾਈ ਸਾਹਿਬ ਜੀ, ਜੇਕਰ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੋਈ, ਮੈਨੂੰ ਲੱਗਦਾ ਐਸਾ ਗੁਰਦੁਆਰਾ ਸਾਹਿਬ ਨਹੀਂ ਹੈ, ਕੋਈ ਗੁਰੂ ਘਰ ਦੇ ਨਾਲ ਜੁੜੀ ਕੋਈ ਐਸਾ ਮੈਨੂੰ ਲੱਗਦਾ ਸੰਗਤ ਦੇ ਵਿੱਚੋਂ ਕੋਈ ਇਨਸਾਨ ਨਹੀਂ ਹੋਵੇਗਾ ਜਿਹੜਾ ਤੁਹਾਨੂੰ ਨਹੀਂ ਜਾਣਦਾ, ਹੈ ਨਾ। ਤੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਸੇਵਾ ਕੀਤੀ ਹੋਈ ਹੈ ਬਤੌਰ ਕੀਰਤਨੀਆ ਜੀ। ਤੇ ਕਿੰਨਾ ਸਮਾਂ ਭਾਈ ਸਾਹਿਬ ਜੀ ਤੁਹਾਨੂੰ ਹੋਇਆ ਇਹ ਸੇਵਾ ਕਰਦਿਆਂ ਹੋਇਆ, ਜਦੋਂ ਵਾਹਿਗੁਰੂ ਜੀ ਨੇ ਆਪ ਜੀ ਦੇ ਉੱਤੇ ਬਖਸ਼ਿਸ਼ ਕੀਤੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਭੈਣ ਜੀ ਆਪ ਜੀ ਦਾ ਤੇ ਇੱਕ ਬਾਣੀ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਆਪ ਜੀ ਕੋਲ ਤੋਂ ਬਹੁਤ ਸੀਨੀਅਰ ਰਾਗੀ ਸਿੰਘ, ਕਥਾਵਾਚਕ ਸਿੰਘ ਹਨ ਇੰਟਰਵਿਊ ਕਰਨ ਲਈ, ਪਰ ਆਪ ਜੀ ਨੇ ਇੱਕ ਨਿਮਾਣੇ ਗੁਰੂ ਕੇ ਕੀਰਤੀ ਨੂੰ ਮਾਣ ਦੇਣ ਦਾ ਇਹ ਅਵਸਰ ਬਖਸ਼ਿਸ਼ ਕੀਤਾ ਹੈ। ਗੁਰੂ ਅੱਗੇ ਰਹਿਮ ਅਰਦਾਸ ਹੈ ਕਿ ਸਤਿਗੁਰੂ ਜੀ ਆਪ ਜੀ ਨੂੰ ਇਹ ਜਿਹੜੀ ਸੇਵਾ ਤੁਸੀਂ ਕਰ ਰਹੇ ਹੋ ਜੀ, ਸਤਿਗੁਰੂ ਜੀ ਤੁਹਾਡੇ ਸਿਰ ਤੇ ਰਹਿਮਤ ਭਰਿਆ ਹੱਥ ਰੱਖਦੇ ਹੋਏ ਆ, ਜਦ ਤੱਕ ਸਵਾਸ ਹਨ ਇਹ ਸੇਵਾ ਸਤਿਗੁਰੂ ਜੀ ਤੁਹਾਡੇ ਤੋਂ ਲੈਂਦੇ ਰਹਿਣ ਜੀ। ਬਹੁਤ ਬਹੁਤ ਧੰਨਵਾਦ। ਭੈਣ ਜੀ, ਮੇਰੀ ਜ਼ਿੰਦਗੀ ਜਿਹੜੀ ਸ਼ੁਰੂਆਤ ਹੈਗੀ ਹੈ, ਮਨ 'ਚ ਵਿਚਾਰ ਆਉਂਦਾ ਹੈ, ਅਸੀਂ ਬੇਸਿਕਲੀ ਕਸ਼ਮੀਰ ਤੋਂ ਸੀਗੇ। ਠੀਕ ਹੈ ਜੀ। ਤੇ ਜਦੋਂ ਮਦਰ ਛੋਟੇ ਹੁੰਦਿਆਂ ਹੀ ਸਾਨੂੰ ਉਂਗਲ ਫੜ ਕੇ ਛੱਟੀ ਪਾਤਸ਼ਾਹ ਲੈ ਕੇ ਜਾਂਦੇ ਸਨ ਨਾ, ਤੇ ਮੇਰੇ ਮਾਇੰਡ ਹੀ ਯਾਦ ਹੈ ਉਦੋਂ ਰਾਗੀ ਸਿੰਘ ਸਟੇਜ ਤੇ ਕੀਰਤਨ ਬੈਕ ਕਰਦੇ ਹੁੰਦੇ ਸੀ, ਤੇ ਮੈਨੂੰ ਮਦਰ ਕਹਿੰਦੇ ਸੀ ਪੁੱਤ ਅਸੀਂ ਮੈਂ ਸੋਚਦੀ ਹਾਂ ਤੂੰ ਵੀ ਇੱਥੇ ਕੀਰਤਨ ਕਰੇ ਕਦੇ, ਮੈਂ ਵੀ ਬੈਠ ਕੇ ਸੁਣਾ। ਤੇ ਸਮੇਂ ਦਾ ਐਸਾ ਦੌਰ ਆਇਆ ਤੇ ਕੁਝ ਸਮੇਂ ਬਾਅਦ 74 'ਚੋਂ ਚੜ੍ਹਾਈ ਕਰ ਗਏ ਜੀ, ਤੇ ਉਹਦੇ ਬਾਅਦ ਫਾਦਰ ਸਾਹਿਬ ਚੜ੍ਹਾਈ ਕਰ ਗਏ 76 ਵਿੱਚ। ਠੀਕ। ਤੇ ਮਤਲਬ ਉਹ ਜਿਹੜੀ ਮਦਰ ਦੀ ਆਵਾਜ਼ ਸੀ ਨਾ, ਮੈਂ ਕਹਿੰਦਾ ਉਹ ਸੱਚ ਹੋ ਗਈ। ਸਾਕ ਸੰਬੰਧੀਆਂ ਨੇ ਛੱਡ ਦਿੱਤਾ, ਕਿਉਂਕਿ ਮਾਤਾ ਪਿਤਾ ਦੀ ਡੈਥ ਹੋ ਗਈ ਜੀ, ਤੇ ਸਾਕ ਸੰਬੰਧੀਆਂ ਨੇ ਸਮਝਿਆ ਹੁਣ ਸਾਡੇ ਤੇ ਬੋਝ ਬਣੇਗਾ ਜੀ, ਕਿਹੜੇ ਪਾਲਾਂਗੇ। ਤੇ ਉਹਨਾਂ 'ਚੋਂ ਸਾਡੇ ਰਿਸ਼ਤੇਦਾਰ ਨੇ ਸਾਨੂੰ ਉੱਥੋਂ ਲਿਆ ਕੇ ਕਸ਼ਮੀਰ ਤੋਂ ਇੱਥੇ ਆਸ਼ਰਮ ਵਿੱਚ ਵੱਡੇ ਮਾਨ ਸਾਹਿਬ ਜੀ ਦੀ ਸਰਪ੍ਰਸਤੀ ਛੱਡਤਾ ਉਹਨਾਂ ਦੇ ਚਰਨਾਂ 'ਚ। ਵਾਹਿਗੁਰੂ ਜੀ।
ਬਸ ਉਹਨਾਂ ਮਹਾਂਪੁਰਸ਼ਾਂ ਦੀ ਸਾਨੂੰ ਦੇਣ ਹੈ। ਬੜੇ ਮਹੰਤ ਸਾਹਿਬ ਜੀ, ਮਹੰਤ ਬਚਿੱਤਰ ਸਿੰਘ ਜੀ, ਉਹਨਾਂ ਕੋਲ ਅਸੀਂ ਸਿਖਲਾਈ ਲਈ। ਇਹ ਤਕਰੀਬਨ ਮੇਰੇ ਖਿਆਲ 'ਚ 80 ਦੇ ਕਰੀਬ ਦੀ ਗੱਲ ਹੈਗੀ ਹੈ। ਠੀਕ। ਉਹਨਾਂ ਤੋਂ ਸਿੱਖਿਆ ਲੈ ਕੇ ਫਿਰ ਦਾਸ ਕੁਝ ਸਮੇਂ ਬਾਅਦ ਕਿਸੇ ਨੇ ਕਿਹਾ, ਇੱਕ ਭਾਈ ਸਾਹਿਬ ਜੀ ਸਨ ਗਿਆਨੀ ਅਤਰ ਸਿੰਘ ਜੀ, ਬਖਸ਼ੀ ਨਗਰ ਰਹਿੰਦੇ ਹੁੰਦੇ ਸਨ ਜੀ। ਫਿਰ ਉੱਥੋਂ ਮੈਂ ਵਿਦਾਇਗੀ ਲੈ ਕੇ ਮਹਾਂਪੁਰਸ਼ਾਂ ਤੋਂ ਉਹਨਾਂ ਕੋਲ ਆ ਕੇ ਸਿੱਖਿਆ ਲਈ। ਆ ਤਕਰੀਬਨ ਭੈਣ ਜੀ ਮੈਂ ਆਲਮੋਸਟ 86 ਤੱਕ ਸਿੱਖਦਾ ਰਿਹਾ ਜੀ। ਪਹਿਲੇ ਵੱਡੇ ਮਹੰਤ ਸਾਹਿਬ ਜੀ ਕੋਲ ਆਸ਼ਰਮ ਵਿੱਚ, ਫਿਰ ਉਹਨਾਂ ਕੋਲੋਂ ਜਾਂ ਫਿਰ ਬਾਹਰ ਦਾਇਰਿਆਂ 'ਚੋਂ ਜਿਹੜੇ ਉਸਤਾਦ ਸਨ ਉਹਨਾਂ ਕੋਲੋਂ ਸਿੱਖਿਆ ਲੈਂਦੇ ਰਹੇ। ਅਤੇ ਪਹਿਲੀ ਜਿਹੜੀ ਮੇਰੀ ਸ਼ੁਰੂਆਤ ਹੈ ਇੱਕ ਐਜ਼ ਏ ਤਬਲਿਸਟ ਦੀ ਕੀਰਤਨ ਦੀ, ਉਹ ਉਧਮਪੁਰ ਗੁਰਦੁਆਰਾ ਸਾਹਿਬ ਤੋਂ ਮੈਂ ਤਬਲੇ ਦੀ ਸੇਵਾ ਆਰੰਭ ਕੀਤੀ ਸੀ 82 ਵਿੱਚ ਜੀ। ਅਤੇ ਇੱਥੋਂ ਮੇਰੀ ਸ਼ੁਰੂਆਤ ਹੋਈ ਹੈ। ਬਸ 82 ਤੋਂ ਲੈ ਕੇ ਫਿਰ ਹੁਣ ਤੁਸੀਂ ਦੇਖ ਲਓ, ਗੁਰੂ ਨੇ ਹਰ ਜਗ੍ਹਾ 'ਤੇ ਹਰ ਥਾਂ 'ਤੇ ਸੇਵਾ ਦਾ ਮੌਕਾ ਦਿੱਤਾ, ਮਾਣ ਦਿੱਤਾ। ਉਹ ਜਿਹੜੇ ਗੁਰੂ ਨੇ ਰਹਿਮਤ ਕੀਤੀ ਹੈ, ਰਸਤਾ ਦਿੱਤਾ, ਉਸ ਰਸਤੇ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਵਾਲੇ ਬਣ ਕੇ ਤੁਰਦੇ ਰਹੀਏ ਅਤੇ ਗੁਰੂ ਬਾਂਹ ਫੜ ਕੇ ਤੋਰਦਾ ਰਹੇ। ਉਹ ਸਫ਼ਰ ਅੱਜ ਹੀ ਪੁੱਜਿਆ ਕਿ ਤੁਹਾਡੇ ਕੋਲ ਬੈਠੇ ਹਾਂ ਇੱਥੇ। ਜੀ, ਬਹੁਤ ਵਧੀਆ ਹੈ ਨਾ। ਅਤੇ ਭਾਈ ਸਾਹਿਬ ਜੀ, ਇੱਕ ਹੋਰ ਜਿਵੇਂ ਗੱਲ ਹੁੰਦੀ ਹੈ ਕਿ ਤੁਸੀਂ ਗੁਰੂ ਦਾ ਸ਼ਬਦ ਸੁਣਾਉਂਦੇ ਹੋ, ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਹੋ, ਗੁਰੂ ਦੇ ਲੜ ਲਾਉਣਾ ਹੈ ਨਾ, ਤੁਹਾਡਾ ਇਹੀ ਉਪਦੇਸ਼ ਰਹਿੰਦਾ ਹੁੰਦਾ। ਪਰ ਜੇਕਰ ਭਾਈ ਸਾਹਿਬ ਜੀ ਗੱਲ ਕੀਤੀ ਜਾਵੇ ਨਾ, ਇਸ ਕਲਯੁਗ ਦੀ ਦੁਨੀਆ ਦੇ ਵਿੱਚ ਕੋਈ, ਮੈਨੂੰ ਲੱਗਦਾ ਕੋਈ ਐਸਾ ਇਨਸਾਨ ਜਾਂ ਇਸ ਸੋਚ ਤੋਂ ਬਚ ਨਹੀਂ ਸਕਦਾ ਕਿ ਅਸੀਂ ਕਿਸੇ ਦੀਆਂ ਖਾਮੀਆਂ ਦਾ ਸ਼ਿਕਾਰ ਨਾ ਹੁੰਦੇ ਹੋਈਏ, ਹੈ ਨਾ। ਅਸੀਂ ਜ਼ਰੂਰ ਹੁੰਦੇ ਹਾਂ, ਪਰ ਤੁਹਾਡਾ ਇੰਨਾ ਲੰਬਾ ਸਫ਼ਰ ਇੱਕ ਕੀਰਤਨੀਆਂ ਦੇ ਵਜੋਂ ਤੁਹਾਡਾ ਰਿਹਾ। ਪਰ ਮੈਨੂੰ ਬੜੀ ਵਧੀਆ ਲੱਗਦੀ ਹੁੰਦੀ ਇਹ ਗੱਲ ਕਿ ਅੱਜ ਤੱਕ ਨਾ, ਕਿਉਂਕਿ ਦੇਖੋ ਕਿਸੇ ਨਾ ਕਿਸੇ ਦੀਆਂ ਖਾਮੀਆਂ ਨਾ, ਆਪਾਂ ਕਿੰਨੇ ਲੋਕਾਂ ਨਾਲ ਅਸੀਂ ਵਿਚਰਦੇ ਹਾਂ, ਅਸੀਂ ਕਿਸੇ ਨਾ ਕਿਸੇ ਦੀਆਂ ਖਾਮੀਆਂ ਕਿਸੇ ਨਾ ਕਿਸੇ ਦੇ ਮੂੰਹੋਂ ਤਾਂ ਸੁਣਦੇ ਹੀ ਰਹਿੰਦੇ ਆ ਨਾ, ਚਾਹੇ ਉਹ ਵੈਸੀ ਸਮਾਜ ਦੇ ਵਿੱਚ ਵਿਚਰਦੇ ਹੋਏ ਸੁਣਦੇ। ਲੇਕਿਨ ਨਾ ਇੱਕ ਬਹੁਤ ਹੀ ਬਿਲਕੁਲ ਹੀ ਆਪਣੇ ਇਸ ਬਤੌਰ ਕੀਰਤਨੀਏ ਦੀ ਸੇਵਾ ਦੇ ਵਿੱਚ ਬਿਲਕੁਲ ਇੱਕ ਕਿਸੇ ਕਿਸਮ ਦਾ ਮੈਂ ਤੁਹਾਡੇ ਬਾਰੇ ਅੱਜ ਤੱਕ ਕੋਈ ਗੱਲ ਨਹੀਂ ਇਹ ਸੁਣੀ, ਹੈ ਨਾ। ਅਤੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿ ਐਸਾ ਜੀਵਨ ਲੈ ਕੇ ਚੱਲਣਾ ਵੀ ਕਿਤੇ ਨਾ ਕਿਤੇ ਇੱਕ ਚੈਲੰਜ ਨਹੀਂ ਹੁੰਦਾ? ਭੈਣ ਜੀ, ਆਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਨੀ ਸ਼ਖਸੀਅਤ ਦੀ, ਦਾਸ ਨੇ ਜਿਨ੍ਹਾਂ ਨਾਲ ਸੰਗਤ ਕੀਤੀ ਹੈ ਨਾ, ਉਹਨਾਂ ਨੇ ਹਮੇਸ਼ਾ ਸਾਨੂੰ ਸਿੱਖਿਆ ਹੀ ਉਹ ਦਿੱਤੀ ਹੈ ਕਿ ਜਿਹੜਾ ਗੁਰੂ ਨਾਨਕ ਦਾ ਦਰ ਹੈ, ਗੁਰੂ ਦੇ ਨਾਨਕ ਦੇ ਦਰ ਜਿਹੜਾ ਕੀਰਤਨੀ ਹੈ, ਗੁਰੂ ਦੇ ਦਰ ਜਿਹੜਾ ਗ੍ਰੰਥੀ ਸਿੰਘ ਹੈ, ਕੀਰਤਨੀ ਸਿੰਘ ਹੈ, ਪ੍ਰਚਾਰਕ ਸਿੰਘ ਹੈ, ਸੇਵਾਦਾਰ ਹੈ, ਇਹ ਨਿਰਪੱਖ ਹੈ ਜੀ। ਹਾਂਜੀ, ਦੇਖੋ ਨਿਰਪੱਖ ਹੋਣ ਕਰਕੇ ਗੁਰੂ ਨਾਨਕ ਨੇ ਗੁਰੂ ਅੰਗਦ ਨੂੰ ਲੈਣਾ बढ़ा ਦਿੱਤਾ, ਨਿਰਪੱਖ ਸਨ ਹੈ ਨਹੀਂ ਜੀ। ਹਾਂਜੀ, ਅਤੇ ਅਸੀਂ ਗੁਰੂ ਨਾਨਕ ਦੇ ਦਰ ਦੇ ਕੀਰਤਨੀ ਹੈ। ਫਿਰ ਜਦੋਂ ਅਸੀਂ ਕੀਰਤਨ ਕਰਦੇ ਹਾਂ ਨਾ, ਅਤੇ ਫਿਰ ਕੀਰਤਨ ਦਾ ਉਪਦੇਸ਼ ਇਹ ਹੋ ਕਿ ਜਿੰਨੇ ਹੀ ਬੈਠੇ ਨੇ ਉੱਥੇ ਮੇਰਾ ਕੋਈ ਵੈਰੀ ਨਹੀਂ ਹੈ। ਉਹਨਾਂ ਦੇ ਧੜੇ ਹੋ ਸਕਦੇ ਨੇ ਜਿਹੜੇ ਬੈਠੇ ਹਨ, ਪਰ ਮੇਰਾ ਧੜਾ ਨਹੀਂ, ਮੇਰਾ ਧੜਾ ਗੁਰੂ ਨਾਨਕ ਦਾ। ਬਿਲਕੁਲ। ਅਤੇ ਗੁਰੂ ਨਾਨਕ ਲਈ ਸਾਰੇ ਇੱਕੋ ਹਨ। ਅਤੇ ਉਸ ਵਿਸ਼ੇ ਨੂੰ ਲੈ ਕੇ ਮੈਨੂੰ ਯਾਦ ਹੈ ਭੈਣ ਜੀ, ਮੈਂ ਜਦੋਂ ਭਾਈ ਗੁਰਚਰਨ ਸਿੰਘ ਜੀ ਨਾਲ ਗੁਰਦੁਆਰਾ ਨਾਨਕ ਨਗਰ ਵਿਖੇ ਕੀਰਤਨ ਦੀ ਸੇਵਾ ਨਿਭਾਉਂਦਾ ਹੁੰਦਾ ਸੈਡ ਨਾਲ, ਦਾਸ ਨੇ ਪਹਿਲੇ ਤਬਲੇ ਹੀ ਸੇਵਾ ਕੀਤੀ ਹੈ ਕੋਈ ਸਮਾਂ, ਫਿਰ ਸੈਡ 'ਤੇ ਇਹਨਾਂ ਅੱਛੇ ਸੂਝਵਾਨਾਂ ਕੀਰਤਨੀਆਂ ਸਿੰਘਾਂ ਨਾਲ ਭਾਈ ਗੁਰਚਰਨ ਸਿੰਘ ਜੀ, ਭਾਈ ਨਿਰਵਾਣ ਸਿੰਘ ਜੀ, ਭਾਈ ਜੋਗਿੰਦਰ ਸਿੰਘ ਜੀ, ਜਿਹੜੇ ਅੱਛੇ ਰਾਗੀ ਜੰਮੂ ਦੇ ਸਾਡੇ ਜੀ, ਉਹਨਾਂ ਨਾਲ ਮੈਨੂੰ ਮੌਕਾ ਮਿਲਿਆ। ਅਤੇ ਮੈਨੂੰ ਯਾਦ ਹੈ ਮੈਂ ਇੱਕ ਭਾਈ ਨਿਰਵਾਣ ਸਿੰਘ ਜੀ ਨਾਲ ਡਿਊਟੀ ਕਰਦਾ ਸੀ ਨਾਨਨਗਰ, ਅਤੇ ਤਰਕੁਟਾ ਨਗਰ ਤੋਂ ਮਾਸਟਰ ਗੁਰਚਰਨ ਸਿੰਘ ਜੀ ਮੇਰੇ ਕੋਲ ਆਏ ਜੀ। ਮੈਂ ਸਾਈਡ 'ਤੇ ਡਿਊਟੀ ਕਰਦਾ ਸੀ, ਅਤੇ ਉਹਨਾਂ ਦੇ ਬਚਨ ਨਾ ਮੈਨੂੰ ਅੱਜ ਤੱਕ ਮੇਰੇ ਪੱਲੇ ਬੰਨੇ ਹੋਏ ਨੇ। ਆ ਕੇ ਮੈਨੂੰ ਕਹਿੰਦੇ, ਬੱਚੇ ਸਾਡੇ ਕੋਲ ਜਗ੍ਹਾ ਹੈ, ਤੁਸੀਂ ਆ ਕੇ ਕੀਰਤਨ ਦੀ ਸੇਵਾ ਕਰੋ ਜੀ। ਅਤੇ ਮੈਂ ਕਿਹਾ, ਸੈਕਟਰੀ ਸਾਹਿਬ ਮੈਂ ਤਾਂ ਸਾਈਡ 'ਤੇ ਕੀਰਤਨ ਕਰਦਾ, ਮੈਂ ਜਥੇਦਾਰੀ ਕੀਤੀ ਨਹੀਂ ਹੈ, ਬੜੀ ਔਖੀ ਹੈ। ਕਹਿੰਦੇ ਨਹੀਂ, ਮੈਂ ਤੁਹਾਨੂੰ ਆਵਾਜ਼ ਕਰਦਾ, ਤੁਹਾਡਾ ਜਿਹੜਾ ਜੀਵਨ ਹੈ ਨਾ, ਤੁਹਾਡੀ ਜਿਹੜੀ ਚਾਲ ਹੈ ਉਹ ਮਤਲਬ ਆਪਣੀ ਅਲੱਗ ਹੈ, ਬੜੀ ਸਹਿਜ ਹੈ, ਸਹਿਜ ਹੈ, ਅਤੇ ਮੈਂ ਚਾਹੁੰਦਾ ਕਿ ਤੁਸੀਂ ਕੀਰਤਨ ਦੀ ਸੇਵਾ ਉੱਥੇ ਕਰੋ। ਉਹਨਾਂ ਦੀ ਜਿਹੜੀ ਗੱਲਾਂ ਸੁਣਨਾ ਕੁਝ ਗੁਰਮਤ ਵਾਲੀਆਂ, ਉਹ ਮੇਰੇ ਮਨ 'ਚ ਵਸ ਗਈਆਂ। ਬਸ ਉਹ ਮੈਨੂੰ ਖਿੱਚ ਕੇ ਆਪਣੇ ਕੋਲ ਲੈ ਗਏ ਤਰਕੁਟਾ ਨਗਰ ਵਿਖੇ। ਉੱਥੇ ਮੇਰੀ ਜ਼ਿੰਦਗੀ ਦੀ ਜਥੇਦਾਰੀ ਦੀ ਆਰੰਭਤਾ ਉੱਥੋਂ ਹੋਈ ਹੈ। ਅਤੇ ਉਹ ਜਿਹੜੇ ਵਿਚਾਰ ਉਹਨਾਂ ਦੇ ਨਾ ਕਿ ਭਾਈ ਸਾਹਿਬ ਜੀ, ਅਸੀਂ ਤੁਹਾਨੂੰ ਬੜੀ ਦੇਰ ਦਾ ਆਵਾਜ਼ ਕਰ ਰਹੇ ਹਾਂ ਕਿ ਤੁਹਾਨੂੰ ਆਪਣੇ ਗੁਰਦੁਆਰੇ ਖੜ੍ਹਨਾ ਸੀ ਰਾਗੀ ਸਿੰਘ ਲਈ, ਪਰ ਤੁਹਾਨੂੰ ਕਾਫੀ ਦੇਰ ਤੋਂ ਮੈਂ ਆਵਾਜ਼ ਕਰ ਰਿਹਾ, ਤੁਹਾਡੀ ਨਜ਼ਰਾਂ ਨੂੰ ਆਵਾਜ਼ ਕਰ ਰਿਹਾ, ਤੁਹਾਡੀ ਚਾਲ ਨੂੰ ਆਵਾਜ਼ ਕਰ ਰਿਹਾ, ਤੁਹਾਡਾ ਕਿਵੇਂ ਵਿਚਰਨਾ ਸਾਰਾ ਆਵਾਜ਼ ਕਰਨ ਤੋਂ ਮੈਂ ਅੱਜ ਤੁਹਾਡੇ ਕੋਲ ਆ ਕੇ ਬੇਨਤੀ ਕਰਦਾ ਕਿ ਤੁਸੀਂ ਸਾਡੇ ਉੱਥੇ ਆ ਕੀਰਤਨ ਸੇਵਾ ਕਰੋ। ਫਿਰ ਉਹਨਾਂ ਦੀ ਗੱਲ ਮੈਂ ਪੱਲੇ ਬੰਨ੍ਹ ਲਈ ਕਿ ਮੇਰੀਆਂ ਦੋ ਨਜ਼ਰਾਂ ਹਨ, ਪਰ ਮੈਨੂੰ ਦੇਖਣ ਵਾਲੀਆਂ ਹਜ਼ਾਰਾਂ ਨਜ਼ਰਾਂ ਹਨ। ਇਹ ਨਾ ਹੋਵੇ ਕਿ ਉਹ 2000 ਨਜ਼ਰਾਂ 'ਚ ਮੇਰਾ ਮਨ, ਮੇਰਾ ਸਰੀਰ ਕਲੰਕਿਤ ਹੋ ਜਾਵੇ ਅਤੇ ਗੁਰੂ ਕੋਲੋਂ ਵੀ ਕਲੰਕਿਤ ਹੋ ਜਾਵਾਂ। ਉਸ ਵਿਸ਼ੇ ਨੂੰ ਲੈ ਕੇ ਭੈਣ ਜੀ ਮੈਂ ਟੁਰ ਰਿਹਾ ਅੱਜ ਤੱਕ, ਅਤੇ ਕੋਸ਼ਿਸ਼ ਕਰ ਰਿਹਾ ਉਹੋ ਜਿਹਾ ਰਸਤਾ ਅਪਣਾਈਏ ਜਿਹਦਾ ਸਾਰੇ ਪਿਆਰ ਕਰਨ। ਬਿਲਕੁਲ ਭਾਈ ਸਾਹਿਬ ਜੀ, ਤੁਹਾਡੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਹੈ ਕਿ ਜਿਹੜੀ ਸੰਗਤ ਹੈ ਨਾ,
ਉਹ ਜੇਕਰ ਕਿਸੇ ਨੂੰ ਸੁਣਦੀ ਹੈ ਹਨਾ, ਜਾਂ ਜਿਨ੍ਹਾਂ ਦੇ ਰਾਹੀਂ ਸੰਗਤ ਗੁਰੂ ਦਾ ਸੁਨੇਹਾ ਸੁਣਦੀ ਹੈ, ਤਾਂ ਸੰਗਤ ਕਿਤੇ ਨਾ ਪਰਖਦੀ ਜ਼ਰੂਰ ਹੈ। ਬਿਲਕੁਲ, ਜੋ ਅਸੀਂ ਕਹਿ ਰਹੇ ਹਾਂ ਉਹ ਚਾਹੁੰਦੀ ਹੈ ਕਿ ਆਪ ਵੀ ਕਰਨ। ਬਾਣੀਆ ਫਰਮਾਨ ਆਉਂਦਾ ਨਾ, ਔਰ ਉਪਦੇਸੈ ਆਪ ਨਾ ਕਰੈ, ਆਵਤ ਜਨਮੈ ਜਾਵਤ ਜਨਮੇ ਮਰੈ। ਜੇ ਮੈਂ ਉਪਦੇਸ਼ ਕਰ ਰਿਹਾ ਸੰਗਤ ਨੂੰ ਕਿ ਭੈਣ ਜੀ, ਵੀਰ ਜੀ, ਇਹ ਗੱਲ ਭੈੜੀ ਹੈ, ਤੁਸੀਂ ਨਾ ਕਰੋ, ਤੇ ਸੰਗਤ ਮੈਨੂੰ ਵੀ ਵਾਚਦੀ ਹੈ ਜੀ, ਹੈ ਨਹੀਂ, ਕਿ ਮੈਂ ਕਿੱਥੇ ਜਾ ਰਿਹਾ, ਕੀ ਕਰ ਰਿਹਾ। ਉਸ ਨੂੰ ਮੈਨੂੰ ਹਮੇਸ਼ਾ ਯਾਦ ਰੱਖਣਾ ਪਏਗਾ ਕਿ ਸੰਗਤ ਮੇਰੇ ਨਾਲ ਹੈ, ਦੇਖ ਰਹੀ ਹੈ। ਜੀ ਜੀ ਜੀ, ਬਿਲਕੁਲ। ਗੁਰੂ ਤੇ ਹੈ ਹੀ ਹੈ, ਪਰ ਗੁਰੂ ਦੀ ਸੰਗਤ ਵੀ ਹੈ। ਇਹਨੂੰ ਜਦੋਂ ਮਨ 'ਚ ਰੱਖ ਕੇ ਟੁਰਾਂਗੇ ਤੇ ਭੈਣ ਜੀ ਮੇਰੇ ਖਿਆਲ 'ਚ ਆਪਾਂ ਭਟਕਾਂਗੇ ਨਹੀਂ। ਬਿਲਕੁਲ ਭਾਈ ਸਾਹਿਬ ਜੀ, ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਬਹੁਤ ਵਾਰੀ ਮੌਕਾ ਮਿਲਿਆ ਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਕੀਰਤਨ ਕਰਨ ਦਾ, ਹਨਾ, ਤਾਂ ਉਹ ਵੀ ਆਪਣਾ ਥੋੜਾ ਜਿਹਾ ਤਜਰਬਾ, ਐਕਸਪੀਰੀਅੰਸ ਜ਼ਿੰਦਗੀ ਦਾ ਹੈਗਾ, ਉਹ ਵੀ ਸਾਂਝਾ ਜ਼ਰੂਰ ਕਰਿਓ। ਹਾਂ ਭੈਣ ਜੀ, ਮੈਨੂੰ ਤਕਰੀਬਨ ਕੈਨੇਡਾ ਹੋ ਗਿਆ, ਬੈਂਕਾਕ ਹੋ ਗਿਆ, ਮਲੇਸ਼ੀਆ ਹੋ ਗਿਆ, ਇਹਨਾਂ ਥਾਵਾਂ ਤੇ ਕੀਰਤਨ ਕਰਨ ਦਾ ਬਹੁਤ ਸੁਭਾਗ ਪ੍ਰਾਪਤ ਹੋਇਆ ਭੈਣ ਜੀ। ਠੀਕ ਜੀ। ਹਾਂ, ਬਹੁਤ ਉਹਨਾਂ ਨੇ ਪਿਆਰ ਦਿੱਤਾ, ਬਹੁਤ ਮਾਣ ਦਿੱਤਾ ਹੈ। ਪਰ ਭੈਣ ਜੀ ਕਈ ਵਾਰ ਦਿਲ 'ਚ ਇਹੋ ਗੱਲ ਆਉਂਦੀ ਹੈ ਕਿ ਆਪਾਂ ਇੱਥੇ ਹੋਈਏ ਚਾਹੇ ਫਾਰਨ ਕਿਤੇ ਵੀ ਹੋਈਏ, ਜਿਹੜੀ ਸਾਡੀ ਗੁਰਦੁਆਰੇ ਪ੍ਰਬੰਧਕ ਕਮੇਟੀ 'ਚ ਇੱਕ ਵੈਰ ਚੱਲ ਪਿਆ ਨਾ, ਦੋ ਧੜਿਆਂ ਬਾਜਾਂ ਦਾ ਨਹੀਂ। ਬਿਲਕੁਲ। ਮੈਂ ਮਸਕੀਨ ਜੀ ਦੀ ਕਥਾ ਸੁਣ ਰਿਹਾ ਸੀ ਅੱਜ ਥੋੜ੍ਹੇ ਦਿਨ ਪਹਿਲੇ, ਤੇ ਮਸਕੀਨ ਜੀ ਕਹਿ ਰਹੇ ਸੀ, ਉਹਦੇ 'ਚ ਵਿਚਾਰ ਕਰ ਰਹੇ ਸੀ ਕਿ ਸਿੱਖੋ, ਜੋ ਲੋਕਾਂ ਦੀ ਹਰ ਇੱਕ ਦੁਖਦਾਈ ਦੀ ਗੱਲ, ਕੋਈ ਵੀ ਨਿਪਟਾਰਾ ਗੁਰੂ ਨਾਨਕ ਦੇ ਘਰ 'ਚ ਹੁੰਦਾ ਸੀ। ਤੁਹਾਨੂੰ ਕੀ ਹੋ ਗਿਆ, ਤੁਸੀਂ ਗੁਰੂ ਨਾਨਕ ਦੇ ਅੱਜ ਕੇਸ ਅਦਾਲਤਾਂ 'ਚ ਲੈ ਕੇ ਚਲੇ ਗਏ ਹੋ। ਮੇਰੇ ਮਨ ਨੂੰ ਬੜੀ ਗੱਲ ਲੱਗੀ, ਵਾਕਈ ਗੁਰੂ ਨਾਨਕ ਦਾ ਦਰ, ਅਸੀਂ ਉਹ ਕੇਸ ਗੁਰੂ ਨਾਨਕ ਦੇ ਘਰ ਦੇ ਕੇਸਾਂ 'ਚ ਹਾਈ ਕੋਰਟਾਂ 'ਚ ਲੈ ਕੇ ਜਾ ਰਹੇ ਹਾਂ, ਨਹੀਂ, ਜੋ ਕਿ ਸ਼ੋਭਾ ਨਹੀਂ ਦਿੰਦਾ। ਬਸ ਆਹ ਚੀਜ਼ਾਂ ਬਾਹਰ ਜਾ ਕੇ ਦੁੱਖ ਦਿੰਦੀਆਂ ਨੇ ਭੈਣ ਜੀ। ਬਿਲਕੁਲ। ਬੇਸਿਕਲੀ ਉਹਨਾਂ ਬੱਚਿਆਂ ਨਾਲ ਮੇਰੀ ਬਹੁਤ ਦਫਾ ਗੱਲ ਹੋਈ, ਫਾਰਨ ਦੇ। ਇੱਥੇ ਬੱਚੇ ਤੁਸੀਂ ਜਾਣਦੇ ਆ, ਪਰ ਉੱਥੇ ਬੱਚਿਆਂ ਨਾਲ ਮੇਰੀ ਗੱਲ ਹੋਈ ਕਾਫੀ ਵਾਰੀ ਕਿ ਬੱਚੇ ਅਸੀਂ ਦੇਖਦੇ ਹਾਂ ਆਲਮੋਸਟ 45 ਤੋਂ ਉੱਪਰ ਹੀ ਗੁਰਦੁਆਰੇ ਆਉਂਦੇ ਨੇ। 40 ਤੋਂ ਥੱਲੇ ਬੱਚੇ ਗੁਰਦੁਆਰੇ ਨਹੀਂ ਆਉਂਦੇ ਬਿਲਕੁਲ, ਕਿਉਂਕਿ ਅਸੀਂ ਥੋੜੀ ਪਿਕਚਰ ਵੈਸੀ ਕ੍ਰੀਏਟ ਕਰਨੀ। ਕਾਰਨ ਇਹ ਹੈ ਕਿ ਅਸੀਂ ਵੇਖਦੇ ਹਾਂ ਨਾ, ਕਈ ਵਾਰ ਇੱਥੇ ਚਲੋ ਉਹ ਨਹੀਂ ਹੋਇਆ, ਇੱਥੇ ਹੋਣ ਵਾਲਾ ਹੋ ਰਿਹਾ ਵੈਸੇ, ਪਰ ਫਾਰਨ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਵਿੱਚ ਹੀ ਪੁਲਿਸ ਆ ਕੇ ਦੂਜਿਆਂ ਨੂੰ ਹੱਥਕੜੀ ਪਾ ਕੇ ਲੈ ਜਾਂਦੀ ਹੈ, ਨਹੀਂ। ਉਹਦੇ ਬੱਚੇ ਨੂੰ ਦੇਖਦੇ ਨੇ, ਆਖਰ ਕਾਰਨ ਕੀ ਹੈ। ਜੇ ਅਸੀਂ ਸੇਵਾ ਹੀ ਕਰਨੀ ਹੈ, ਫਿਰ ਇਹ ਇੱਦਾਂ ਦੀ ਕਿਹੜੀ ਸੇਵਾ ਕਿ ਜਿਸ ਕਰਕੇ ਪੁਲਿਸ ਵੀ ਆ ਗਈ, ਪੁਲਿਸ ਨੇ ਦੋਏ ਧੜੇ, ਦੋਏ ਸਿੱਖ ਹਨ, ਦੋਵਾਂ ਨੇ ਦਸਤਾਰਾਂ ਬਣੀਆਂ, ਦੋਵਾਂ ਨੇ ਸ੍ਰੀ ਸਾਹਿਬਾਂ ਪਾਈਆਂ ਹੋਈਆਂ, ਫਿਰ ਉਹਨਾਂ ਨੂੰ ਹੱਥਕੜੀਆਂ ਪਾ ਕੇ ਲੈ ਗਏ। ਇੱਥੇ ਤੱਕ ਕਿ ਬੈਨ ਕਰ ਦਿੱਤਾ ਕਿ ਤੁਸੀਂ ਇਸ ਗੁਰਦੁਆਰੇ ਆਉਣਾ ਹੀ ਨਹੀਂ ਇੰਨੀ ਦੇਰ ਤੱਕ। ਉਹ ਚੀਜ਼ ਬੱਚੇ ਦੇਖ ਕੇ ਭੈਣ ਜੀ ਬੱਚੇ ਇੱਥੋਂ ਦੂਰ ਹਟ ਰਹੇ ਹਨ। ਬਿਲਕੁਲ, ਕਿਉਂਕਿ ਦੇਖੋ ਅਸੀਂ ਤਾਂ ਬਾਹਰੀ ਤਾਕਤਾਂ ਦੇ ਨਾਲ ਲੜਨ ਵਾਲੇ ਸਿੱਖ ਹਾਂ, ਤੇ ਅੱਜ ਸਾਡੇ ਹੀ ਅੰਦਰ ਬੈਠ ਕੇ ਅਸੀਂ ਇੱਕ ਦੂਜੇ ਦੀਆਂ ਜੜ੍ਹਾਂ ਵੱਢੀ ਜਾ ਰਹੇ ਹਾਂ, ਤੇ ਨੁਕਸਾਨ ਤਾਂ ਕੌਮ ਦਾ ਹੀ ਹੈ ਨਾ। ਕੌਮ ਦਾ ਨੁਕਸਾਨ ਹੈ, ਬਹੁਤ ਵੱਡਾ ਨੁਕਸਾਨ ਹੈ। ਹਾਂ, ਬੇਸਿਕਲੀ ਜਦ ਮੈਂ ਕਹਿਣਾ ਮੈਂ ਸੇਵਾਦਾਰ ਹਾਂ, ਫਿਰ ਸੇਵਾਦਾਰਾਂ ਦੀ ਇਹ ਗੱਲ ਤੇ ਬਣਦੀ ਨਹੀਂ ਕਿ ਮੈਂ ਸੇਵਾਦਾਰੀ ਕਰਕੇ ਲੜਾਈ ਕਰਾਂ। ਬਿਲਕੁਲ, ਸੇਵਾ ਭਾਵ ਰਿਹਾ ਨਹੀਂ ਨਾ। ਸੇਵਾ ਭਾਵ ਰਿਹਾ ਨਹੀਂ ਨਾ। ਉਹ ਸੇਵਾ ਭਾਵ ਕਿੱਥੇ ਗੁੰਮ ਹੋ ਗਿਆ, ਉਹ ਸਮਝ ਨਹੀਂ ਆਉਂਦੀ ਪਿਆ। ਨਹੀਂ, ਬਿਲਕੁਲ, ਕਿਉਂਕਿ ਸਮੇਂ ਦਾ ਚੱਕਰ ਹੀ ਐਸਾ ਚੱਲ ਰਿਹਾ ਇਸ ਗੇੜ ਦੇ ਵਿੱਚ। ਇੱਕ ਤਾਂ ਹਰ ਇੱਕ ਚੀਜ਼ ਬੜੀ ਚੈਲੰਜਿੰਗ ਜੀ ਹੋਈ ਪਈ ਹੈ। ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਨਾ, ਉਹਨਾਂ ਦੀਆਂ ਜੜ੍ਹਾਂ ਮਜ਼ਬੂਤ ਕਰਨੀਆਂ, ਆਪ ਪੂਰਨ ਧਰਮ ਦੇ ਵਿੱਚ ਹੋਣਾ, ਹੈ ਨਾ, ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾਉਣਾ, ਇਹ ਸਾਰਾ ਕਿਉਂਕਿ ਸਮੇਂ ਦਾ ਗੇੜ ਨਾ ਭਾਈ ਸਾਹਿਬ ਜੀ, ਜੇਕਰ ਮੈਨੂੰ ਲੱਗਦਾ ਜੇਕਰ ਅਸੀਂ ਇਸ ਕਲਯੁੱਗ ਦੇ ਗੇੜ ਦੇ ਵਿੱਚੋਂ ਜਿਹੜਾ ਲੰਘ ਗਿਆ ਨਾ, ਉਹਦੇ ਲਈ ਬਹੁਤ ਈਜ਼ੀ ਹੈ। ਦੇਖੋ ਭੈਣ ਜੀ, ਗੁਰੂ ਨਾਨਕ ਸਾਹਿਬ ਲਈ ਕਲਯੁੱਗ ਹੀ ਸੀ, ਹੈ ਨਹੀਂ, ਕਲਯੁੱਗ ਹੀ ਸੀ ਜੀ। ਪਰ ਜਿਹੜੇ ਗੁਰੂ ਨਾਨਕ ਦੇ ਸਿੱਖ ਸਨ ਨਾ, ਉਹ ਕਲਯੁੱਗ ਵਿੱਚ ਰਹਿ ਕੇ ਗੁਰੂ ਨਾਨਕ ਨਾਲ ਜੁੜੇ ਹੋਏ ਸਨ। ਦੌਰ ਉਹੀ ਹੋਇਆ, ਸਿਰਫ ਸਾਡਾ ਮਨ ਬਦਲ ਗਿਆ। ਮਨ ਬਦਲ ਗਿਆ ਕਿਉਂਕਿ ਅਸੀਂ ਬਹੁਤ ਜ਼ਿਆਦਾ ਆਪਣੀਆਂ ਸਹੂਲਤਾਂ, ਆਪਦੇ ਆਪ ਨੂੰ ਕੰਫਰਟ ਜ਼ੋਨ ਦੇ ਵਿੱਚ ਦੇਖਣਾ ਪਸੰਦ ਕਰਦੇ। ਬਿਲਕੁਲ ਬਿਲਕੁਲ। ਤੁਸੀਂ ਦੇਖ ਲਓ ਹੁਣ ਗੁਰਦੁਆਰਾ ਸਾਹਿਬ ਵਿੱਚ ਮਾਰਨਿੰਗ ਜਾਂ ਈਵਨਿੰਗ ਤੁਸੀਂ ਦੇਖ ਲਓ ਕੌਣ ਹੁੰਦੇ ਨੇ, ਕਿਉਂਕਿ ਬੱਚੇ ਤੇ ਆਲਮੋਸਟ ਛੱਡ ਗਏ ਗੁਰਦੁਆਰਾ ਸਾਡੇ ਵੱਡਿਆਂ ਦੇ ਕਰਕੇ। ਸਾਡੇ ਵੱਡਿਆਂ ਦੀ ਕੁਝ ਗਲਤੀਆਂ ਹਨ, ਕੁਝ ਖਾਮੀਆਂ ਹਨ, ਬਿਲਕੁਲ, ਉਹਨਾਂ ਕਰਕੇ। ਜਾਂ ਤਾਂ ਸਿੱਧਾ ਕਹਿ ਲਈ ਕਿ ਬੱਚਿਆਂ ਨੂੰ ਅਸੀਂ ਮੌਕਾ ਦੇ ਹੀ ਨਹੀਂ ਰਹੇ ਕਿ ਉਹ ਗੁਰਦੁਆਰਾ ਸਾਹਿਬ ਆ ਕੇ ਸੇਵਾ ਕਰਨ। ਬਿਲਕੁਲ, ਜਿਸ ਸਟੇਜ ਤੇ ਖੜਾ ਹੋ ਕੇ ਮੈਂ ਬੋਲਦਾ, ਮੈਂ ਕਦੇ ਚਾਹੁੰਦਾ ਨਹੀਂ ਕਿ ਮੇਰੇ ਨਾਲ ਛੋਟਾ ਬੱਚਾ ਆ ਕੇ ਉਹ ਗੱਲ ਮੇਰੇ ਸਟੇਜ ਤੇ ਆ ਖੜਾ ਹੋ ਕੇ ਗੱਲ ਕਰੇ, ਕਿਉਂਕਿ ਮੇਰੇ 'ਚ ਈਗੋ ਹੈ। ਕਿਉਂਕਿ ਕੱਦ ਘਟਦਾ, ਅਗਲੇ ਬੰਦੇ ਨੂੰ ਲੱਗਦਾ ਮੇਰਾ ਕੱਦ ਘਟ ਗਿਆ। ਮੈਂ ਸੋਚਦਾ ਮੈਨੂੰ 30 ਸਾਲ ਹੋ ਗਏ, ਇਹ ਕੱਲ 5 ਸਾਲ ਤੋਂ ਮੇਰੇ ਨਾਲ ਖੜਾ ਜਾਵੇਗਾ, ਪਰ ਇਹ ਗੱਲ ਨਹੀਂ ਹੈ। ਗੁਰੂ ਨਾਨਕ ਦੇ ਘਰ ਇਹ ਗੱਲ ਨਹੀਂ ਹੈ ਜੀ। ਕਿਉਂਕਿ ਕਹਿੰਦੇ ਨੇ ਨਾ, ਜਿਹੜਾ ਨੌਜਵਾਨ ਹੁੰਦਾ ਉਹ ਕਿਸੇ ਵੀ ਕੌਮ ਦੀ ਰੀੜ੍ਹ ਦੀ ਹੱਡੀ ਹੁੰਦਾ, ਹੱਡੀ ਹੈ। ਉਹਦੇ ਬਿਨਾਂ
ਕੌਮ ਚੱਲਣੀ ਨਹੀਂ ਹੈ। ਬਿਲਕੁਲ, ਅਸੀਂ ਦੇਖਣਾ ਤਾਂ ਨੌਜਵਾਨਾਂ ਦੇ ਵਿੱਚ ਹੀ ਹੈ ਨਾ, ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਤਾਂ ਨੌਜਵਾਨਾਂ ਦੇ ਵਿੱਚ ਹੀ ਦੇਖਣਾ ਨਾ ਕਿ ਇਹ ਕੀ ਸੋਚਦੇ ਨੇ। ਅਗਰ ਇਹ ਇਦਾਂ ਸੋਚ ਰਹੇ ਨੇ ਤੇ ਕਿਉਂ ਸੋਚ ਰਹੇ ਨੇ, ਇਹਨਾਂ ਦੀ ਸੋਚ ਨੂੰ ਬਦਲੀਏ, ਇਹਨਾਂ ਦੀ ਸੋਚ ਦੇ ਨਾਲ ਚੱਲਣਾ ਕਈ ਵਾਰੀ ਸਾਨੂੰ ਪੈਂਦਾ ਹੈ ਨਾ। ਬਿਲਕੁਲ, ਇਹਨਾਂ ਦੀ ਸੋਚ ਨਾਲ ਸਾਨੂੰ ਚੱਲਣਾ ਪਵੇਗਾ ਨਹੀਂ ਜੀ। ਬੇਸ਼ੱਕ ਚਲੋ ਬਜ਼ੁਰਗਾਂ ਦੀ ਸਿਆਣਪ ਹੈ, ਬਜ਼ੁਰਗ ਆਪਣੀ ਸਿਆਣਪ ਦੇਖ ਕੇ, ਪਰ ਬਲ ਤੇ ਉਹਨਾਂ ਨਾਲ ਲੈਣਾ ਪਵੇਗਾ। ਬਿਲਕੁਲ, ਜਜ਼ਬਾ ਤੇ ਤਜਰਬਾ ਤੇ ਉਹਨਾਂ ਦਾ ਹੈ ਨਾ। ਜੇ ਹੁਣ ਕਿਤੇ ਮੈਨੂੰ ਜਾਣਾ ਪਵੇਗਾ ਬਾਰਡਰ ਤੇ, ਮੈਂ ਬਜ਼ੁਰਗ ਤੇ ਨਹੀਂ ਜਾ ਸਕਦਾ, ਨਾ ਜਾਵੇਗਾ ਬੱਚਾ ਨਾ, ਪਰ ਮੈਂ ਸਿਆਣਪ ਦਵਾਂਗਾ, ਪੁੱਤ ਇਦਾਂ ਕਰੀ ਚੰਗਾ ਹੋਵੇਗਾ। ਪਰ ਅਸੀਂ ਸਿਆਣਪ ਦੇਣਾ ਨਹੀਂ ਚਾਹੁੰਦੇ, ਬੱਚਿਆਂ ਨੂੰ ਨਾਲ ਰੱਖਣਾ ਨਹੀਂ ਚਾਹੁੰਦੇ। ਤੇ ਆਉਣ ਵਾਲੇ ਭਵਿੱਖ 'ਚ ਭੈਣ ਜੀ ਤੁਹਾਨੂੰ ਪਤਾ ਨਾ, ਪਾਦਰੀ ਨੇ ਕਿਹਾ ਸੀ ਸਿੱਖੋ ਅੱਜ ਲੰਡਨ ਦੀਆਂ ਚਰਚਾਂ ਜਿਹੜੀਆਂ ਗੁਰਦੁਆਰੇ ਤੁਸੀਂ ਬਣਾ ਦਿੱਤੇ ਜੀ, ਪਰ ਗੁਰਦੁਆਰਿਆਂ ਦਾ ਕੀ ਕਰੋਗੇ? ਕੱਲ੍ਹ ਗੁਰਦੁਆਰਿਆਂ ਤੋਂ ਬਾਅਦ ਕੀ ਬਣੇਗਾ? ਗੁਰਦੁਆਰੇ ਤਾਂ ਇਸ ਲਈ ਬਣਾਏ ਨਾ ਕਿ ਸਿੱਖ ਸੰਗਤ ਆ ਕੇ ਬੈਠੇ। ਵਿਦੇਸ਼ਾਂ ਵਿੱਚ ਆਪਾਂ ਵੇਖਦੇ ਹਾਂ ਭੈਣ ਜੀ, ਤੁਸੀਂ ਦੇਖ ਲਓ, ਤੁਸੀਂ ਤੇ ਆਲਮੋਸਟ ਇੰਟਰਵਿਊ ਲੈਂਦੇ ਹੀ ਹੋ, ਬਾਹਰ ਜਾਂਦੇ ਹੋ ਹੈ ਨਹੀਂ। ਗੁਰਦੁਆਰੇ ਸਾਹਿਬ ਵਿੱਚ ਉੱਥੇ ਵੀ ਉਹ ਹਾਲ ਹੋ ਗਿਆ ਕਿ 40+ ਤੋਂ ਥੱਲੇ ਬੱਚਾ ਕੋਈ ਨਹੀਂ ਆ ਰਿਹਾ ਗੁਰਦੁਆਰੇ ਘਰ ਜੀ। ਸਾਨੂੰ ਰਾਗੀ ਸਿੰਘਾਂ ਨੂੰ, ਪ੍ਰਚਾਰਕਾਂ ਨੂੰ, ਪਦਬੰਧਕਾਂ ਨੂੰ ਇੱਕ ਪਰਿਵਾਰ ਦੇ ਤੌਰ ਤੇ ਬਣ ਕੇ ਇਹ ਉਪਰਾਲਾ ਕਰਨਾ ਪਵੇਗਾ ਕਿ ਸਾਡੇ ਬੱਚੇ ਜਿਹੜੇ ਉਹ ਸਾਡੇ ਗੁਰੂ ਘਰ ਨਾਲ ਜੁੜ ਜਾਣ, ਤਾਂ ਕਿ ਸਾਡਾ ਇਹ ਜਜ਼ਬਾ, ਇਹ ਪਰਿਵਾਰ ਜੁੜਿਆ ਰਹੇ। ਬਿਲਕੁਲ ਜੁੜਿਆ ਰਹੇ। ਬਹੁਤ ਸੋਹਣੀ ਗੱਲ ਭਾਈ ਸਾਹਿਬ ਜੀ ਤੁਸੀਂ ਕਹੀ ਹੈ। ਤਾਂ ਭਾਈ ਸਾਹਿਬ ਜੀ ਜਿੱਦਾਂ ਇੱਕ ਮੇਰਾ ਹੋਰ ਜ਼ਿਹਨ ਦੇ ਵਿੱਚ ਸਵਾਲ ਆ ਰਿਹਾ, ਗੱਲ ਹੀ ਇਹ ਆਪਾਂ ਜਿਵੇਂ ਹੁਣ ਸਾਂਝੀ ਕਰ ਰਹੇ ਹਾਂ ਕਿ ਇਹ ਜਿਵੇਂ ਤੁਸੀਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਘਟ ਰਹੀ ਹੈ, ਨੌਜਵਾਨ ਘਟ ਜਾ ਰਹੇ ਨੇ, ਕਿਉਂਕਿ ਨਾ ਬੜੀ ਵਾਰੀ ਇਹ ਚੀਜ਼ ਹੋਈ ਆ, ਆਪ ਵੀ ਇਹ ਚੀਜ਼ ਆਪਾਂ ਮਹਿਸੂਸ ਕਰਦੇ ਆ ਕਿ ਗੁਰਦੁਆਰਾ ਸਾਹਿਬ ਜੇਕਰ ਜਾਓ ਤਾਂ ਆਪਾਂ ਨੂੰ ਕਿਸੇ ਨਾ ਕਿਸੇ ਦੀ ਗੱਲ ਦੇ ਵਿੱਚ ਸਿਰ ਵੀ ਹਿਲਾਉਣਾ ਪੈ ਜਾਂਦਾ ਹੈ ਹਨਾ। ਤੜੇਬਾਜ਼ੀਆਂ ਤਾਂ ਹੈਗੀਆਂ ਹੀ ਨੇ ਹਨਾ। ਤੇ ਜਿੱਦਾਂ ਤੁਸੀਂ ਕਿਹਾ ਕਿ ਗੁਰੂ ਦੀ ਗੱਲ ਘੱਟ ਹੁੰਦੀ ਹੈ ਤੇ ਆਪਸ ਦੇ ਵਿੱਚ ਜਿਹੜੀਆਂ ਧੜੇਬਾਜ਼ੀਆਂ, ਉਹਦੇ ਵਿੱਚ ਇੱਕ ਆਮ ਜਿਹੜੀ ਸੰਗਤ ਆ ਨਾ ਉਹ ਫਸ ਕੇ ਰਹਿ ਜਾਂਦੀ ਹੈ। ਫਿਰ ਸੰਗਤ ਕਹਿੰਦੀ ਆ ਅਸੀਂ ਅੰਮ੍ਰਿਤ ਵੇਲੇ ਜਾਈਏ ਨਾ ਕਿਸੇ, ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਸੰਗਤ ਗੁਰਦੁਆਰਾ ਸਾਹਿਬ ਜਾਂਦੀ ਸੀ, ਭੋਗ ਪੈਂਦੇ ਸੀ 7:30 ਵਜੇ, ਫਿਰ ਉਸ ਤੋਂ ਬਾਅਦ ਬੈਠ ਕੇ ਆਪਸ ਦੇ ਵਿੱਚ ਕੌਮ ਦੇ ਮਸ਼ਵਰੇ ਹੁੰਦੇ ਸੀ, ਗੱਲ ਹੁੰਦੀ ਸੀ, ਸੰਗਤ ਦੇ ਦਰਸ਼ਨ ਕਰਨਾ ਉਹ ਵੀ ਕਿੰਨਾ ਸਾਰਾ ਕਹਿੰਦੇ ਨੇ ਹਨਾ। ਤੇ ਹੁਣ ਸਾਰੇ ਕਹਿੰਦੇ ਨੇ ਕਿ ਅਸੀਂ ਕਿਸੇ ਦੇ ਇੱਕ ਦੂਜੇ ਦੇ ਮੱਥੇ ਹੀ ਨਾ ਲੱਗੀਏ, ਕਿ ਅਸੀਂ ਚੁੱਪ ਚਪੀਤੇ ਜਾਈਏ। ਬਿਲਕੁਲ ਭੈਣ ਜੀ, ਪਤਾ ਗੱਲ ਕੀ ਹੈ, ਦੇਖੋ ਜਦੋਂ ਅਸੀਂ 92, 93, 95 ਪੀਰੀਅਡ ਜਦੋਂ ਨਾਨਕ ਆਪਾਂ ਕੀਰਤਨ ਕਰਦੇ ਹੁੰਦੇ ਸੀ ਨਹੀਂ, ਤੇ ਸੱਚੀ ਮਨੋ ਹਾਲ ਤਿਲ ਰੱਖਣ ਸੁੱਟਣ ਦੀ ਜਗ੍ਹਾ ਨਹੀਂ ਹੁੰਦੀ, ਹਾਲ ਭਰਿਆ ਹੁੰਦਾ ਸੀ ਹੈ ਨਹੀਂ। ਕਿਉਂਕਿ ਉਸ ਵੇਲੇ ਕੋਈ ਵਿਖਵਾਦ ਦੀ ਗੱਲ ਨਹੀਂ ਹੁੰਦੀ ਸੀ, ਕੋਈ ਇੱਕ ਧੜੇ ਦੂਏ ਧੜੇ ਗੱਲ ਨਹੀਂ ਹੁੰਦੀ ਸੀ। ਗੁਰਦੁਆਰਾ ਸਾਹਿਬ ਸਿਰਫ ਗੁਰੂ ਦੀ ਗੱਲ ਹੁੰਦੀ ਸੀ ਜੀ, ਕਿ ਗੁਰੂ ਨਾਲ ਆਪਾਂ ਕਿਹੜੇ ਜੁੜੀਏ, ਗੁਰੂ ਦੇ ਰਸਤੇ ਤੇ ਕਿਵੇਂ ਤੁਰੀਏ। ਪਰ ਹੁਣ ਆਪਾਂ ਵੇਖਦੇ ਹਾਂ ਗੁਰਦੁਆਰਾ ਸਾਹਿਬ ਜਾ ਕੇ ਸੰਗਤ ਇਸ ਗੱਲੋਂ ਗਰੇਜ ਕਰਦੀ ਹੈ ਕਿ ਮੈਂ ਉਹਦੀ ਗੱਲ ਕਰਤੀ ਤੇ ਉਹ ਨਾਰਾਜ਼ ਹੋ ਜਾਏਗਾ, ਜੇ ਉਸ ਧੜੇ ਦੀ ਗੱਲ ਕਰਤੀ ਉਹ ਨਾਰਾਜ਼ ਹੋ ਜਾਏਗਾ। ਇਸ ਨਾਰਾਜ਼ਪਣ ਤੋਂ ਗੁਰਦੁਆਰੇ ਦੀ ਸੰਗਤ ਕਾਫੀ ਘਟ ਗਈ ਹੈ ਹੈ ਨਹੀਂ। ਹੋਣਾ ਤੇ ਇਹ ਚਾਹੀਦਾ ਗੁਰੂ ਸਾਹਿਬ ਦੇ ਦਰਬਾਰ 'ਚ ਗੁਰੂ ਦੀ ਗੱਲ ਹੋਵੇ। ਬਿਲਕੁਲ। ਪਰ ਆਫਟਰ ਆਲ ਹੁਣ ਆਪਾਂ ਦੇਖਦੇ ਹਾਂ ਇਲੈਕਸ਼ਨਾਂ ਬਿਲਕੁਲ ਹੈ ਨਹੀਂ, ਪਰ ਜਦ ਕਿ ਗੁਰੂ ਨਾਨਕ ਦੇ ਘਰ 'ਚ ਸਿਲੈਕਸ਼ਨ ਹੈ। ਜੇ ਇਲੈਕਸ਼ਨ ਹੁੰਦੀ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਸੇਵਾ ਦੇਣੀ ਨਹੀਂ ਸੀ। ਪਰ ਉੱਥੇ ਚੰਗਿਆਈ ਦੀ ਗੱਲ ਹੈ, ਇਲੈਕਸ਼ਨ ਨਹੀਂ, ਉੱਥੇ ਸਿਲੈਕਸ਼ਨ ਨਹੀਂ। ਉੱਥੇ ਗੁਰੂ ਸਾਹਿਬ ਨੇ ਦੇਖਿਆ ਕਿ ਇਸ ਯੋਗ ਕਿਹੜਾ ਹੈ, ਬਿਲਕੁਲ ਉਹਨੂੰ ਉਹ ਸੇਵਾ ਦੇ ਦਿੱਤੀ। ਬਸ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਵਿੱਚ ਇਹ ਦੇਖਣਾ ਚਾਹੀਦਾ ਕਿ ਯੋਗ ਕਿਹੜਾ ਕਿ ਜਿਹੜਾ ਸਾਰੀ ਸੰਗਤ ਨੂੰ ਲੈ ਕੇ ਗੁਰੂ ਘਰ ਆਵੇ, ਬਿਲਕੁਲ ਗੁਰੂ ਘਰ ਨਾਲ ਜੋੜੇ। ਗੁਰੂ ਘਰ ਦੇ ਸਟੇਜ ਤੋਂ ਗੁਰੂ ਦੀ ਗੱਲ ਹੋਵੇ, ਕਿਸੇ ਬੰਦੇ ਦੀ ਗੱਲ ਨਾ ਹੋਵੇ, ਕਿਸੇ ਬੰਦੇ ਦੀ ਵਡਿਆਈ ਨਾ ਹੋਵੇ, ਗੁਰੂ ਦੀ ਵਡਿਆਈ ਹੋਵੇ, ਤੇ ਫਿਰ ਕਿਉਂ ਨਹੀਂ ਸੰਗਤ ਜੁੜੇਗੀ। ਬਿਲਕੁਲ। ਔਰ ਇਹ ਤਾਂ ਤਦ ਹੀ ਮੁਮਕਿਨ ਹੈ ਨਾ ਭਾਈ ਸਾਹਿਬ ਜੀ, ਜੇਕਰ ਦਿਲ ਦੇ ਵਿੱਚ ਗੁਰੂ ਪ੍ਰਤੀ ਪਿਆਰ ਤੇ ਸ਼ਰਧਾ ਹੈ ਹਨਾ। ਅੱਜ ਕੱਲ੍ਹ ਜੇਕਰ ਆਪਾਂ ਦੇਖਿਆ ਜਾਵੇ ਤਾਂ ਇਹ ਚੀਜ਼ ਬਹੁਤ ਵਿਸਰਦੀ ਜਾ ਰਹੀ ਹੈ ਸਾਡੀ ਕੌਮ ਦੇ ਵਿੱਚੋਂ, ਦੁੱਖ ਦੇ ਨਾਲ ਕਹਿਣਾ ਪੈ ਰਿਹਾ। ਕਿਉਂਕਿ ਨਾ ਭਾਈ ਸਾਹਿਬ ਜੀ ਮੈਂ ਨਾ ਅਕਸਰ ਹੀ ਬਹੁਤ ਉਹ ਗੱਲ ਘੱਟ ਕਰਦੀ ਹੁੰਦੀ ਹਾਂ ਕਿ ਜਿਹੜੀ ਗੱਲ ਸਾਡੀ ਕੌਮ ਦਾ ਨਾ ਸੁਨੇਹਾ ਬਾਹਰ ਚੰਗਾ ਨਾ ਜਾਵੇ। ਕਿਉਂਕਿ ਦੇਖੋ ਅਸੀਂ ਆਪਦੇ ਘਰ ਦੇ ਭੇਤ ਖੋਲ ਦਿੰਦੇ, ਸਾਡੀ ਕੌਮ ਦੇ ਭੇਤ ਅਸੀਂ ਜੱਗ ਜ਼ਾਹਰ ਕਰ ਦਿੰਦੇ ਹਾਂ, ਸਾਡੀਆਂ ਕਮਜ਼ੋਰੀਆਂ ਸਾਰੀ ਦੁਨੀਆ ਨੂੰ ਪਤਾ ਲੱਗਦੀਆਂ ਨੇ, ਫਿਰ ਉਹਨਾਂ ਹੀ ਕਮਜ਼ੋਰੀਆਂ ਦਾ ਸਾਡੀਆਂ ਦਾ ਜਿਹੜਾ ਫਾਇਦਾ ਚੁੱਕਿਆ ਜਾਂਦਾ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੁਸੀਂ ਦੇਖ ਲਓ ਹੁਣ ਕਿਸੇ ਗੱਲ 'ਤੇ ਵੀ ਦੇਖੋ ਨਾ, ਆਪਾਂ ਸਾਡੀ ਸਟੇਜ 'ਤੇ ਤੁਸੀਂ ਆਮ ਦੇਖਿਆ ਹੋਣਾ, ਸਾਡੀ ਸਟੇਜ 'ਤੇ ਆਪਣੀ ਗੱਲ ਛੱਡ ਕੇ ਬਾਹਰ ਦੀ ਗੱਲ ਜ਼ਿਆਦਾ ਕੀਤੀ ਜਾਂਦੀ ਹੈ। ਉਹਦਾ ਨੁਕਸਾਨ ਹੀ ਹੈ। ਜਿਹੜੀ ਗੱਲ ਕਿਸੇ ਨੂੰ ਨਹੀਂ ਪਤਾ ਉਹ 100 ਬੰਦਿਆਂ ਨੂੰ ਪਤਾ ਲੱਗ ਜਾਂਦੀ ਹੈ ਜੀ। ਫਿਰ ਅਸੀਂ ਅੱਜ ਕਿਉਂ ਨਾ ਕਰੀ ਕਿ ਆਪਣੀ ਸਟੇਜ 'ਤੇ ਆਪਣੇ ਗੁਰੂ ਨਾਨਕ ਦੀ ਗੱਲ ਹੀ ਕਰੀਏ, ਉਹਦਾ ਸੰਦੇਸ਼ ਦਈਏ, ਤਾਂ ਕਿ ਬੱਚਿਆਂ ਦੇ ਕੰਨੀ ਉਹ ਤਾਂ ਪਵੇ ਨਾ। ਬਿਲਕੁਲ। ਬੱਚਿਆਂ ਨੂੰ ਇਹ ਲੱਗੇ ਕਿ ਮੈਂ ਗੁਰਦੁਆਰੇ ਗਿਆ ਸਾਂ, ਗੁਰੂ ਨਾਨਕ ਦੀ ਗੱਲ ਸੁਣ ਕੇ ਆਇਆ। ਬਿਲਕੁਲ। ਇਹ ਨਹੀਂ ਕਹਿਣ ਕਿ ਮੈਂ ਉਹਦੀ ਨਿੰਦਿਆ ਚੁਗਲੀ ਸੁਣ ਕੇ ਆਇਆ। ਇਸ ਤੋਂ ਗੁਰੇਜ਼ ਕਰਨਾ ਪਵੇਗਾ
ਤੇ ਬੱਚੇ ਕਿਉਂ ਨਹੀਂ ਆਣਗੇ? ਬਿਲਕੁਲ ਗੁਰੂ ਬਿਲਕੁਲ ਨਾਨਕ ਦੇ ਸਿੱਖ ਹਨ, ਗੁਰੂ ਨਾਨਕ ਦੇ ਬੱਚੇ ਹਨ, ਕਲਗੀਧਰ ਦੇ ਬੱਚੇ ਹਨ ਇਹ। ਜੀ ਇਹਨਾਂ ਬੱਚਿਆਂ ਨੂੰ ਦੱਸਣ ਦਾ ਉਪਰਾਲਾ ਤੇ ਕਰੀਏ ਕਿ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਸਾਂਝ ਦਾ ਪਾਈਏ ਇਹਨਾਂ ਨੂੰ। ਜੀ ਤੇ ਕਿਉਂ ਨਹੀਂ ਆਣਗੇ ਬੱਚੇ? ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਨਹੀਂ ਆ ਸਕੇ। ਕੋਸ਼ਿਸ਼ ਕਰੀਏ ਤੇ ਹੋ ਸਕਦਾ ਕਿ ਜਿਹੜਾ ਅੱਜ ਤੋਂ 20-25 ਸਾਲ ਪਹਿਲਾ ਸਮਾਂ ਸੀ ਨਾ, ਮੁੜ ਕੇ ਆਉਣ ਨੂੰ ਕੋਈ ਟਾਈਮ ਨਹੀਂ ਲੱਗਣਾ। ਉਪਰਾਲਾ ਕਰਨਾ ਪਵੇਗਾ। ਗੁਰੂ ਕਿਰਪਾ ਕਰੇ ਕਿ ਉਹ ਸਮਾਂ ਆ ਜਾਵੇ ਕਿ ਸਾਨੂੰ ਬੱਚਿਆਂ ਨੂੰ ਵੇਖ ਕੇ ਗੁਰਦੁਆਰਾ ਸਾਹਿਬ ਬੈਠੇ ਹੋਇਆ ਖੁਸ਼ੀ ਪ੍ਰਤੀਤ ਹੋਵੇ। ਬਿਲਕੁਲ ਬਿਲਕੁਲ ਭਾਈ ਸਾਹਿਬ ਜੀ, ਔਰ ਇਹ ਸਮਾਂ ਉਦੋਂ ਹੀ ਮੈਨੂੰ ਲੱਗਦਾ ਆਉਣਾ ਮੁਮਕਿਨ ਹੋਏਗਾ ਜਦੋਂ ਸਾਨੂੰ ਸਹੀ ਸੇਵਾਦਾਰ ਮਿਲਣਗੇ। ਕਿ ਕਹਿੰਦੇ ਨੇ ਨਾ, ਸਰਮਾਇਆ ਸਾਂਭਣ ਵਾਲੇ ਨਹੀਂ, ਸੇਵਾਦਾਰ। ਸੇਵਾਦਾਰ ਤੇ ਸੇਵਾ ਭਾਵ ਗੋਲਕ ਸਾਂਭਣ ਵਾਲੇ ਨਹੀਂ, ਹਾਂ, ਬਿਲਕੁਲ। ਗੁਰੂ ਕੀ ਸਿੱਖੀ ਸਾਂਭਣ ਵਾਲੇ, ਗੁਰੂ ਦੀ ਸਿੱਖੀ ਸਾਂਭਣ ਵਾਲੇ, ਹਨਾ। ਤੇ ਬਹੁਤ ਜ਼ਰੂਰੀ ਹੈ ਵੀ ਇਸ ਸਮੇਂ ਸਾਡੇ ਗੁਰੂ ਘਰ ਦੇ ਪ੍ਰਬੰਧਾਂ ਦਾ ਵੀ ਯੋਗ ਹੱਥਾਂ ਦੇ ਵਿੱਚ ਜਾਣਾ, ਸਾਡਾ ਧਰਮ ਪ੍ਰਚਾਰ ਵੀ ਇੱਕ ਚੰਗੇ ਹੱਥਾਂ ਦੇ ਵਿੱਚ ਜਾਣਾ, ਹਨਾ। ਬਿਲਕੁਲ ਧਰਮ ਪ੍ਰਚਾਰ ਦਾ 99% ਹਿੱਸਾ ਬਣਦਾ ਜੀ। ਜੀ ਹੈ ਜੇ ਉਹਦੇ ਹੀ ਥੋੜਾ ਬਹੁਤਾ ਗਿਰਾਵਟ ਆ ਗਈ ਤੇ ਸਾਰਾ ਕੁਝ ਖਤਮ ਹੋ ਜਾਏਗਾ। ਬਿਲਕੁਲ ਹੈ ਜਿਹੜੇ ਧਾਰਮਿਕ ਦਾਇਰੇ ਨੇ, ਇਹਨਾਂ 'ਚੋਂ ਪ੍ਰਚਾਰ ਦੀ ਸੇਧ ਆਪਾਂ ਨੂੰ ਸਹੀ ਰੱਖਣੀ ਪਵੇਗੀ। ਜੀ ਉਹ ਉਪਰਾਲਾ ਕਰਨਾ ਪਵੇਗਾ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸਵਾ। ਉਹ ਸੰਦੇਸ਼ ਸਾਨੂੰ ਸਾਰਿਆਂ ਤੱਕ ਪਹੁੰਚਾਉਣਾ ਪਵੇਗਾ ਤਾਂ ਕਿ ਗੁਰੂ ਨਾਨਕ ਦੀ ਫੁਲਵਾੜੀ ਉਸੇ ਤਰ੍ਹਾਂ ਫਲੀ ਫੂਟਦੀ ਰਹੇ। ਬਿਲਕੁਲ ਭਾਈ ਸਾਹਿਬ ਜੀ, ਹੁਣ ਮੇਰਾ ਅਖੀਰਲਾ ਸਵਾਲ ਇਹੀ ਰਹੇਗਾ, ਕਿੰਨਾ ਸਮਾਂ ਹੋ ਗਿਆ ਹੁਣ ਤੁਹਾਨੂੰ, ਬਹੁਤ ਸਾਲ ਹੋ ਗਏ ਗੁਰੂ ਘਰਾਂ ਦੇ ਨਾਲ ਜੁੜੇ ਹੋਏ, ਕੀਰਤਨ ਕਰਦੇ ਹੋਏ, ਕਿ ਕਦੀ ਤੁਹਾਨੂੰ ਆਏ ਚੰਗਾ ਲੱਗਦਾ ਹੁੰਦਾ? ਕਿਉਂਕਿ ਦੇਖੋ, ਜਦੋਂ ਤੁਸੀਂ ਹੁਣ ਦੇ ਸਮੇਂ ਦੇ ਹਾਲਾਤ ਵੇਖ ਰਹੇ ਹੋ ਤੇ ਤੁਹਾਨੂੰ ਵੀ ਆਏ ਕਿਸੇ ਦੇ ਨਾਲ ਕਿੰਨੀ ਦਿਲ ਨੂੰ ਤਸੱਲੀ ਮਿਲਦੀ ਜਦੋਂ ਤੁਸੀਂ ਪਿਛਲਾ ਸਮਾਂ ਡਿਸਕਸ ਕਰਦੇ ਹੋ ਕਿ ਦੇਖੋ ਅੱਜ ਇਹ ਹੋ ਰਿਹਾ, ਪਰ ਜਦੋਂ ਅਸੀਂ ਪਹਿਲਾਂ ਕੀਰਤਨ ਕਰਦੇ ਹੁੰਦੇ ਸੀ ਨਾ, ਉਦੋਂ ਐਂ ਹੁੰਦਾ ਸੀਗਾ, ਉਸ ਸਮੇਂ ਇਸ ਤਰ੍ਹਾਂ ਦੇ ਨਾਲ ਸੰਗਤ ਜਾਂਦੀ ਹੁੰਦੀ ਸੀ। ਉਸ ਸਮੇਂ ਤੁਸੀਂ ਤਾਂ ਉਹ ਚੀਜ਼ਾਂ ਦੇਖੀਆਂ ਨੇ ਨਾ। ਬਿਲਕੁਲ ਭੈਣ ਜੀ, ਹਨੀ ਨਾਨਕ ਨਗਰ ਦਾ ਉਹ ਸਮਾਂ ਸੀ ਭੈਣ ਜੀ ਜਿੱਥੇ ਪੁਰਾਣੇ ਬਜ਼ੁਰਗ ਸੀ, ਹਨੀ ਜਿਹੜੇ ਜੰਮੂ ਦੇ ਬਹੁਤ ਪਿਆਰੇ ਸੂਝਵਾਨ ਬੰਦੇ ਹੁੰਦੇ ਸਨ, ਹਨੀ ਉਹ ਜਦੋਂ ਸਾਹਮਣੇ ਬੈਠੇ ਹੁੰਦੇ ਸਨ ਨਾ, ਇਵੇਂ ਲੱਗਦਾ ਸੀ ਵਾਕਿਆ ਕੋਈ ਮਹਾਂਪੁਰਸ਼ ਬੈਠਾ ਹੋਇਆ, ਅੱਖਾਂ ਮੀਟ ਕੇ, ਹਨੀ ਉਹ ਸਮਾਂ ਯਾਦ ਕਰਦੇ ਅਸੀਂ, ਰੋਂਦੇ ਹਾਂ ਕਿ ਉਹ ਸਮਾਂ ਕਿਉਂ ਨਹੀਂ ਆਉਂਦਾ ਮੁੜ ਕੇ, ਹਨੀ। ਤੇ ਜਿਨ੍ਹਾਂ ਨੂੰ ਉਹ ਸਮੇਂ ਦਾ ਯਾਦ ਹੈ, ਨਾਨਕ ਨਗਰ ਦੇ ਅੰਮ੍ਰਿਤ ਵੇਲੇ ਦੀ ਸਾਂਝ ਦੀ ਹਾਲ ਭਰਿਆ ਹੁੰਦਾ ਸੀ। ਵਾਕਈ ਸਾਰੇ ਕਹਿੰਦੇ ਸੀ ਕਿ ਗੁਰੂ ਕੀ ਸੰਗਤ ਗੁਰੂ ਨਾਨਕ ਨਗਰ, ਗੁਰੂ ਨਾਨਕ ਕੋਲ ਬੈਠੀ ਹੋਈ ਹੈ। ਤੇ ਸਾਡੀ ਇਹੋ ਅਰਦਾਸ ਹੈ ਗੁਰੂ ਨਾਨਕ ਦੇ ਚਰਨਾਂ 'ਚ ਕਿ ਸਾਨੂੰ ਉਹ ਸਮਾਂ ਵਾਪਸ ਮਿਲ ਜਾਵੇ। ਜੇ ਸਾਡੇ 'ਚ ਕੋਈ ਤਰੁੱਟੀਆਂ ਨੇ ਤੇ ਗੁਰੂ ਸਾਡੇ ਤੇ ਰਹਿਮਤ ਕਰੇ, ਕਿ ਜੇ ਕੋਈ ਪ੍ਰਬੰਧਕਾਂ 'ਚ ਤਰੁੱਟੀਆਂ ਨੇ ਕਿ ਸੰਗਤ ਉਹਨਾਂ ਕਰਕੇ ਟੁੱਟੀ ਹੈ ਤੇ ਉਹਨਾਂ ਤੇ ਗੁਰੂ ਨਾਨਕ ਸਾਹਿਬ ਰਹਿਮਤ ਕਰਨ, ਤਾਂ ਕਿ ਉਹ ਸਮਾਂ ਸਾਡੇ ਵਿੱਚ ਫਿਰ ਉਸੇ ਤਰ੍ਹਾਂ ਅਸੀਂ ਇਹਨਾਂ ਨਜ਼ਰਾਂ ਨਾਲ ਦੇਖੀਏ। ਬੜੀ ਮਨ 'ਚ ਖੁਆਇਸ਼ ਹੈ ਹਾਂਜੀ। ਬਾਕੀ ਜਿਹੜੇ ਬਜ਼ੁਰਗਾਂ ਨੇ, ਜਿਹੜੇ ਮਹਾਂਪੁਰਸ਼ਾਂ ਨੇ, ਜਿਨ੍ਹਾਂ ਦੀ ਸੰਗਤ ਕੀਤੀ ਹੈ, ਜਿਨ੍ਹਾਂ ਨੇ ਉਹਨਾਂ ਨੇ ਚੰਗੇ ਸਾਨੂੰ ਗੁਣ ਦਿੱਤੇ ਹਨ, ਸਾਡੀ ਮਨ ਦੀ ਇਹੋ ਕੋਸ਼ਿਸ਼ ਹੈ ਕਿ ਉਹ ਚੰਗੇ ਗੁਣਾਂ ਨੂੰ ਅਸੀਂ ਨਾਲ ਲੈ ਕੇ ਸੰਸਾਰ 'ਚ ਪਤਾ ਨਹੀਂ ਕਦੋਂ ਚਲੇ ਜਾਣਾ ਹੈ, ਪਰ ਕੋਸ਼ਿਸ਼ ਹੈ ਕਿ ਉਹਨਾਂ ਚੰਗੇ ਗੁਣਾਂ ਨੂੰ ਆਪਣੇ 'ਚ ਰੱਖ ਕੇ, ਤਾਂ ਕਿ ਜਾਣ ਤੋਂ ਬਾਅਦ ਕੋਈ ਵੀ ਯਾਦ ਕਰੇ ਕਿ ਭਾਈ ਜਗੀਰ ਸਿੰਘ ਜੀ ਸਨ, ਚੰਗੇ ਸਨ, ਮਾੜੇ ਨਹੀਂ ਸਨ, ਕਿਸੇ ਨਾਲ ਮਾੜਾ ਨਹੀਂ ਕੀਤਾ। ਬਸ ਇਹੋ ਅਰਦਾਸ ਹੈ ਗੁਰੂ ਅੱਗੇ। ਜੀ ਭਾਈ ਸਾਹਿਬ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੁਹਾਡੇ ਵਿਚਾਰ ਆ ਜਿਹੜਾ ਸੰਗਤਾਂ ਤੱਕ ਪਹੁੰਚਾ ਕੇ ਤੁਹਾਡੇ ਵਿਚਾਰਾਂ ਨੂੰ। ਔਰ ਜਿਵੇਂ ਤੁਸੀਂ ਕਿਹਾ ਕਿ ਸੰਗਤ ਹੈ ਜਿਹੜੀ ਯਾਦ ਰੱਖੇ, ਹੈ ਨਾ, ਕਿ ਦੁਨੀਆ ਤੇ ਜਾਣ ਤੋਂ ਬਾਅਦ। ਪਰ ਭਾਈ ਸਾਹਿਬ ਜੀ, ਮੈਂ ਇੱਥੇ ਜ਼ਰੂਰ ਕਹਾਂਗੀ ਕਿ ਸੰਗਤ ਅੱਜ ਵੀ ਤੁਹਾਡਾ ਬਹੁਤ ਸਤਿਕਾਰ ਕਰਦੀ ਹੈ, ਬਹੁਤ ਪਿਆਰ ਦਿੱਤਾ ਸੰਗਤ ਨੇ। ਬਿਲਕੁਲ ਹਾਂਜੀ। ਮੈਂ ਕਾਨਪੁਰ, ਨਾਗਪੁਰ, ਲਖਨਊ, ਪੰਜਾਬ 'ਚ ਕਾਫੀ ਜਗ੍ਹਾ ਸਟੇਜਾਂ ਕਰ ਕੀਤੀਆਂ, ਪਰ ਮੈਨੂੰ ਇੱਥੇ ਜੰਮੂ ਕਸ਼ਮੀਰ ਸੰਗਤ ਨੇ ਇੰਨਾ ਪਿਆਰ ਦਿੱਤਾ, ਮੈਂ ਮੁੜ ਖਿੱਚਿਆ ਇੱਥੇ ਹੀ ਆਇਆ ਜੀ। ਇੱਥੇ ਹੀ ਸੇਵਾ ਕੀਤੀ, ਬਾਹਰ ਨਹੀਂ ਕਿਤੇ ਗਿਆ। ਫਾਰਨ ਗਿਆ, ਟੂਰ ਕਰਕੇ ਵਾਪਸ ਆ ਗਿਆ। ਤੇ ਹੁਣ ਇੱਕ ਇਹ ਦੇਖੋ ਕਿੰਨਾ ਵੱਡਾ ਮਾਣ ਹੈ, ਜ਼ਿੰਦਗੀ ਦਾ ਕੋਈ ਪਤਾ ਨਹੀਂ, ਪਰ ਮੈਂ ਕਈ ਵਾਰ ਸੋਚਦਾ ਇੱਕ ਬਾਣੀ ਦੀ, ਜਿਸ ਦਿਨ ਮੈਨੂੰ ਵੀਰ ਜੀ ਨੇ ਪਹਿਲੇ ਹੀ ਰਿਕਾਰਡਿੰਗ ਲਈ ਕਿਹਾ ਨਹੀਂ ਕਿ ਅੱਜ ਓਪਨਿੰਗ ਹੈ, ਤੇ ਮੈਂ ਵੀਰ ਜੀ ਨੂੰ ਕਿਹਾ, ਮੈਂ ਕਿ ਵੀਰ ਜੀ ਅੱਜ ਅਸੀਂ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਉੱਥੇ ਅਰਦਾਸ ਕਰਕੇ ਇੱਕ ਬਾਣੀ ਦੀ ਗੁਰੂ ਕੋਲੋਂ ਆਗਿਆ ਰੱਖ ਕੇ ਤੇ ਪਹਿਲੀ ਰਿਕਾਰਡਿੰਗ ਅਸੀਂ ਕੀਤੀ ਕਿ ਅੱਜ ਦੇਖੋ ਤੁਹਾਡੇ ਕੋਲ ਬਹਿ ਕੇ ਗੁਰੂ ਦੀ ਸਾਂਝ ਕਰਨ ਦਾ ਸਵਾਦ ਸਾਰਿਆਂ ਦੀਆਂ ਬਲੇਸਿੰਗ ਸਦਕਾ, ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ, ਤੁਹਾਡੀਆਂ ਅਰਦਾਸਾਂ ਦੇ ਨਾਲ ਹੀ ਆਪਾਂ ਜਿਹੜੀ ਸੇਵਾ ਕਰਦੇ ਹਾਂ। ਸਾਡੀ ਇਹ ਅਰਦਾਸ ਹੈ ਭੈਣ ਜੀ ਤੁਹਾਡੇ ਪ੍ਰਤੀ, ਇੱਕ ਬਾਣੀ ਪ੍ਰਤੀ, ਕਿ ਸਤਿਗੁਰੂ ਜੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਜੋ ਪੈਗਾਮ ਤੁਸੀਂ ਘਰ ਘਰ ਪਹੁੰਚਾ ਰਹੇ ਹੋ, ਇਸੇ ਤਰ੍ਹਾਂ ਪਹੁੰਚਾਉਂਦੇ ਰਹੋ ਤੇ ਸਤਿਗੁਰੂ ਦੀ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਬਖਸ਼ਿਸ਼ ਕਰੇ। ਲੋਕ ਸੁਖੀਏ ਪਰ ਲੋਕ ਸੁਹੇਲੇ ਕਰੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਡੇ ਜੰਮੂ ਕਸ਼ਮੀਰ ਦੀ ਬਹੁਤ ਹੀ ਮਹਾਨ ਸ਼ਖਸੀਅਤ ਭਾਈ ਜਗੀਰ ਸਿੰਘ ਜੀ ਉਹਨਾਂ ਦੇ ਨਾਲ ਗੱਲ ਕੀਤੀ ਹੈ। ਬਹੁਤ ਚੰਗਾ ਲੱਗਿਆ ਇਹਨਾਂ ਦੇ ਵਿਚਾਰ ਸੰਗਤਾਂ ਤੱਕ ਪਹੁੰਚਾ ਕੇ, ਇੱਕ ਦਿਲ ਨੂੰ ਤਸੱਲੀ ਮਿਲੀ ਔਰ ਮਨ ਖੁਸ਼ ਵੀ ਹੋਇਆ ਕਿ ਇਹੋ ਜਿਹੀਆਂ ਰੂਹਾਂ ਵੀ
ਸਾਡੇ ਜੰਮੂ ਕਸ਼ਮੀਰ ਦੇ ਵਿੱਚ ਹੈਗੀਆਂ ਨੇ, ਜਿਨ੍ਹਾਂ ਦੇ ਵਿਚਾਰ ਸੁਣ ਕੇ ਮਨ ਨੂੰ ਤ੍ਰਿਪਤੀ ਤੇ ਸ਼ਾਂਤੀ ਮਿਲਦੀ ਹੈ ਕਿ ਇਹਨਾਂ ਸ਼ਖਸੀਅਤਾਂ ਦੇ ਵੱਲੋਂ ਚੰਗੇ ਸੁਨੇਹੇ ਪਹੁੰਚਾਏ ਜਾ ਰਹੇ ਨੇ। ਤੇ ਮੈਂ ਇੱਕ ਵਾਰ ਫਿਰ ਤੋਂ ਭਾਈ ਜਗੀਰ ਸਿੰਘ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਗ